ਤਸੀਹਿਆਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤਸੀਹਾ ਦੱਸ ਦੇਣਾ ਵਾ ਤਾਂ ਕਿ ਤੁਹਾਨੂੰ ਪਤਾ ਲੱਗੇ। ਇੱਕ ਨਾ ਮੇਰੀ ਕੌਮ ਦੇ ਵਿਦਵਾਨ ਹੋਏ ਨੇ ਬਾਪੂ ਦੁੰਨਾ ਸਿੰਘ ਹਡੂਰੀਆ, ਨਾਮ ਲਓ ਇੱਕ ਵਾਰੀ, ਬਾਪੂ ਦੁੰਨਾ ਸਿੰਘ ਹਡੂਰੀਆ। ਇਹਨਾਂ ਬਾਰੇ ਬਹੁਤੀ ਦੁਨੀਆ ਨਹੀਂ ਜੇ ਜਾਣਦੀ ਔਰ ਬਹੁਤਾਤ ਇੱਥੋਂ ਤੱਕ ਵੀ ਕਹਿਣ ਲੱਗ ਪਏ ਨੇ ਪਤਾ ਨਹੀਂ ਕੀ ਹੋ ਗਿਆ। ਕਹਿੰਦੇ ਜੀ ਬਾਪੂ ਦੁੰਨਾ ਸਿੰਘ ਦੀਆਂ ਲਿਖਤਾਂ ਜਿਹੜੀਆਂ ਨੇ ਇਤਬਾਰਯੋਗ ਨਹੀਂ। ਦੇਖੋ ਇੱਕ ਅੱਜ ਦੀਵਾਨ ਵਿੱਚ ਮੈਂ ਕੀ ਬੋਲਿਆ ਤੁਸੀਂ ਸੁਣਿਆ ਤੇ ਤੁਹਾਨੂੰ ਪਤਾ ਨਾ ਮੈਂ ਦੀਵਾਨ ਵਿੱਚ ਕੀ ਗੱਲ ਕੀਤੀ ਹੈ। ਤੇ ਇੱਕ ਬੰਦਾ 10 ਦਿਨਾਂ ਮਗਰੋਂ ਜਿਹੜਾ ਦੀਵਾਨ ਦੇ ਵਿੱਚ ਨਹੀਂ ਆਇਆ ਉਹ ਕਹਿੰਦਾ ਮੈਨੂੰ ਪਤਾ ਜੀ ਮਖੂ ਜੀ ਨੇ ਦੀਵਾਨ ਦੇ ਵਿੱਚ ਕਿਹੜੀ ਗੱਲ ਕੀਤੀ ਹੈ। ਤੇ ਇਤਬਾਰਯੋਗ ਉਹ ਹੋਵੇਗਾ ਜਿਹਨੇ ਅੱਖਾਂ ਨਾਲ ਮਖੂ ਨੂੰ ਵੇਖਿਆ ਤੇ ਕੰਨਾਂ ਦੇ ਨਾਲ ਸੁਣਿਆ, ਤੇ ਜਿਹਨੇ ਸੁਣੀਆਂ ਸੁਣਾਈਆਂ ਗੱਲਾਂ ਨੇ ਉਹ ਇਤਬਾਰਯੋਗ ਨਹੀਂ ਹੋਣਗੀਆਂ। ਬਾਪੂ ਦੁੰਨਾ ਸਿੰਘ ਪਤਾ ਕੌਣ ਹੈ? ਜਿਹੜਾ ਉਸ ਮੌਕੇ ਦਾ ਚਸ਼ਮਦੀਦ ਗਵਾਹ ਹੈ। ਕੌਣ ਹੈ ਜੀ? ਚਸ਼ਮਦੀਦ ਗਵਾਹ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਡਿਊਟੀ ਲਾ ਦਿੱਤੀ ਸੀ। ਕਹਿਣ ਲੱਗੇ ਦੁੰਨਾ ਸਿੰਘ ਹਕੂਮਤਾਂ ਦਾ ਇੱਕ ਇਹ ਵੀ ਹੱਥਖੰਡਾ ਹੁੰਦਾ। ਮੇਰੇ ਗੁਰੂ ਬੜੇ ਦੂਰ ਅੰਦੇਸ਼ੀ ਸਨ। ਪਾਤਸ਼ਾਹ ਕਹਿੰਦੇ ਹਕੂਮਤਾਂ ਦਾ ਇਹ ਵੀ ਹੱਥਖੰਡਾ ਹੁੰਦਾ ਹੈ ਵੀ ਜਿਹੜੀਆਂ ਕੌਮਾਂ ਬੜੀਆਂ ਤਿਆਰ ਬਰ ਤਿਆਰ ਹੋਣ ਉਹਨਾਂ ਦੇ ਇਤਿਹਾਸ ਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੀਆਂ ਨੇ। ਬਗਾਨੀਆਂ ਕਲਮਾਂ ਤੇ ਭਰੋਸਾ ਨਹੀਂ ਮੈਂ ਕਰ ਸਕਦਾ, ਪਰ ਆਪਣੀਆਂ ਕਲਮਾਂ ਤੇ ਅਸੀਂ ਭਰੋਸਾ ਕਰਾਂਗੇ। ਤੁਸੀਂ ਜੋ ਅੱਖਾਂ ਨਾਲ ਵੇਖਣਾ ਤੁਸੀਂ ਸਿਰਫ ਉਹ ਲਿਖਣਾ, ਅਗਲੀ ਗੱਲਬਾਤ ਤੁਸੀਂ ਕੁਛ ਨਹੀਂ ਲਿਖਣੀ। ਬਾਪੂ ਦੁੰਨਾ ਸਿੰਘ ਕਹਿੰਦੇ ਜੀ 7 ਬਚਨ, ਤੇ ਬਾਬਾ ਦੁੰਨਾ ਸਿੰਘ ਨੇ ਜੋ ਅੱਖਾਂ ਨਾਲ ਵੇਖਿਆ ਉਹੀ ਲਿਖਿਆ। ਤੇ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇੱਕ ਜ਼ਿਕਰ ਆਉਂਦਾ, ਤੁਹਾਨੂੰ ਦੱਸਣ ਲੱਗਾ ਮੈਂ। ਥੋੜਾ ਜਿਹਾ ਤੁਹਾਨੂੰ ਸੁਣਨ ਵੇਲੇ ਔਖਾ ਤੇ ਮਹਿਸੂਸ ਹੋਵੇਗਾ, ਸੁਣਾਉਂਦਿਆਂ ਮੈਨੂੰ ਵੀ ਔਖਾ ਮਹਿਸੂਸ ਹੋਵੇਗਾ, ਪਰ ਇਹਨੂੰ ਰੋਣ ਵਿੱਚ ਨਹੀਂ ਲੈ ਕੇ ਜਾਣਾ, ਇਹਨੂੰ ਪ੍ਰਾਊਡ ਵਿੱਚ ਲੈ ਕੇ ਜਾਣਾ। ਸਾਹਿਬਜ਼ਾਦਿਆਂ ਨੂੰ ਜਦੋਂ ਕਚਹਿਰੀ ਵਿੱਚ ਸੱਦਿਆ ਸੀ ਨਾ, ਸੁਣਿਆ ਜੀ, ਤੇ ਕਹਿੰਦੇ ਕਚਹਿਰੀ ਵਿੱਚ ਆਉਂਦੀਆਂ 2 ਗੱਲਾਂ ਕੀਤੀਆਂ ਗਈਆਂ। ਕਹਿੰਦੇ ਬੱਚਿਓ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਤੇ ਬੱਚੇ ਸਨ ਨਾ, ਵੀ ਛੋਟੇ ਛੋਟੇ ਬੱਚੇ ਨੇ, ਤੇ ਬੱਚਾ ਤੁਹਾਨੂੰ ਵੀ ਪਤਾ ਆਪਣੇ ਵੀ ਬੱਚੇ ਨੇ, 7 ਤੇ 9 ਸਾਲ ਦੇ ਬੱਚੇ ਆਪਣੇ ਵੀ ਹੁੰਦੇ ਨੇ। ਬੱਚਾ ਜਾਂ ਖਾਣ ਦਾ ਤੇ ਜਾਂ ਖੇਡਣ ਦਾ 2 ਹੀ ਕੰਮ ਹੁੰਦੇ ਨੇ ਨਾ, ਪਰ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਪਰਵਰਿਸ਼, ਇਹਨਾਂ ਦਾ ਮਾਹੌਲ, ਇਹਨਾਂ ਨੂੰ ਕਿਹੋ ਜਿਹਾ ਵਾਤਾਵਰਨ ਮਿਲਿਆ ਹੈ ਵੀ ਇਹ ਇਕੱਲੇ ਖਿਡੌਣੇ ਤੇ ਖਾਣ ਪੀਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਇਤਿਹਾਸ ਬਣਾਉਣਾ ਜਾਣਦੇ ਨੇ। ਤੇ ਉਸ ਵੇਲੇ ਉਹਨਾਂ ਨੇ ਇੱਕ ਹੱਥਖੰਡਾ ਵਰਤਿਆ। ਕਚਹਿਰੀ ਦੇ ਵਿੱਚੋਂ ਆਵਾਜ਼ ਆਈ ਸੀ। ਆਵਾਜ਼ ਦੇਣ ਵਾਲਾ ਪਤਾ ਕੌਣ ਸੀ? ਸੁੱਚਾਨੰਦ। ਕੌਣ ਸੀ? ਇੱਥੇ ਵੀ ਤੁਹਾਨੂੰ ਬੇਨਤੀ ਕਰਦੇ ਆ, ਤੁਹਾਨੂੰ ਕਈ ਲੋਕ ਗੁੰਮਰਾਹ ਕਰ ਜਾਂਦੇ ਨੇ। ਕਿਵੇਂ ਗੁੰਮਰਾਹ ਕਰਦੇ ਨੇ? ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਦੇਖੋ ਜੀ, ਵਜ਼ੀਰ ਖਾਨ ਮੁਸਲਮਾਨ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ, ਪਰ ਮੈਂ ਤਾਂ ਕਹਿੰਦਾ ਤੁਹਾਡੇ ਵਿੱਚ ਕਾਨੂੰਨ ਦੇ ਜਾਣਕਾਰ ਬੈਠੇ ਨੇ। IPC ਦੇ ਮੁਤਾਬਕ, ਇੰਡੀਅਨ ਪੈਨਲ ਕੋਡ ਦੇ ਮੁਤਾਬਕ ਸਾਜ਼ਿਸ਼ ਰਚਣ ਵਾਲਾ, ਉਸ ਸਾਜ਼ਿਸ਼ ਦੇ ਵਿੱਚ ਲੋਕਾਂ ਨੂੰ ਭੜਕਾਉਣ ਵਾਲਾ ਤੇ ਉਹ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲਾ, ਦੋਸ਼ੀ 3 ਹੁੰਦੇ ਨੇ ਨਾ। ਸਾਜ਼ਿਸ਼ ਰਚਦਾ ਕੌਣ ਪਿਆ? ਗੰਗੂ, ਜਿਹੜਾ ਆਪਣੇ ਘਰ ਦੇ ਵਿੱਚੋਂ ਗ੍ਰਿਫਤਾਰੀ ਕਰਵਾ ਰਿਹਾ ਹੈ। ਤੇ ਸਾਜ਼ਿਸ਼ ਦੇ ਵਿੱਚ ਭੜਕਾ ਕੌਣ ਰਿਹਾ? ਸੁੱਚਾਨੰਦ, ਜਿਹੜਾ ਕਹਿੰਦਾ ਸੱਪ ਦੇ ਬੱਚੇ ਨੇ, ਅੱਜ ਹੀ ਇਹਨਾਂ ਦੇ ਸਿਰ ਫੇਰ ਦਿਓ। ਤੇ ਘਟਨਾ ਨੂੰ ਅੰਜਾਮ ਕੌਣ ਦੇ ਰਿਹਾ? ਵਜ਼ੀਰ ਖਾਨ। ਦੋਸ਼ੀ ਕਿੰਨੇ ਹੋ ਗਏ? ਦੋਸ਼ੀ 3 ਹੋ ਗਏ ਨਾ। ਫਿਰ ਤੁਸੀਂ ਇੱਕ ਦੋਸ਼ੀ ਕਿਉਂ ਕਹਿੰਦੇ ਹੋ ਬਈ? ਆਕੂ ਸਤਨਾਮ ਸ੍ਰੀ ਵਾਹਿਗੁਰੂ। 2 ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਵਿੱਚੋਂ ਗੰਗੂ ਤੇ ਸੁੱਚਾਨੰਦ, ਤੁਸੀਂ ਇਹਨਾਂ ਨੂੰ ਬਰੀ ਕਿਵੇਂ ਕਰ ਸਕਦੇ ਹੋ? ਇੱਕ ਘਟਨਾ ਨੂੰ ਅੰਜਾਮ ਦੇ ਰਿਹਾ, ਇੱਕ ਘਟਨਾ ਦੇ ਵਿੱਚ ਲੋਕਾਂ ਨੂੰ ਭੜਕਾ ਰਿਹਾ, ਇੱਕ ਘਟਨਾ ਨੂੰ ਸਾਜ਼ਿਸ਼ ਅਧੀਨ ਬਣਾ ਰਿਹਾ। ਇਹ ਤਿੰਨੇ ਦੇ ਤਿੰਨੇ ਮੁੱਖ ਦੋਸ਼ੀ ਨੇ। ਤੇ ਹੁਣ ਅੱਗੇ ਅੱਜ ਥੋੜਾ ਜਿਹਾ ਮੇਰੀ ਕੌਮ ਨਾ ਜਜ਼ਬਾਤੀ ਹੋ ਕੇ ਫੈਸਲੇ ਲੈਂਦੀ ਹੈ। ਜਜ਼ਬਾਤੀ ਹੋ ਕੇ ਨਹੀਂ, ਥੋੜੇ ਵਿਵੇਕੀ ਹੋ ਕੇ ਲਿਆ ਕਰੋ ਫੈਸਲੇ, ਪਤਾ ਲੱਗੇ ਵੀ ਇਤਿਹਾਸ ਦੇ ਵਿੱਚ ਗੜਬੜ ਕਿੱਥੇ ਹੈ। ਹੁਣ ਦੁਸ਼ਮਣ ਦੇਖੋ ਇਤਿਹਾਸ ਨੂੰ ਕਿਵੇਂ ਗੜਬੜਾ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਇਤਿਹਾਸ ਦੇ ਅੰਦਰ ਮਿਲਾਵਟ ਕਰ ਜਾਂਦਾ ਹੈ। ਹੁਣ ਅੱਗੇ ਆਓ, ਜਦੋਂ ਮੈਂ ਇਹ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਬਿਆਨੀਆਂ ਨਾ, ਤੇ ਕਈ ਲੋਕ ਮੇਰੇ ਤੇ ਬੜੇ ਗੁੱਸਾ ਹੋਏ, ਬੜੇ ਗੁੱਸੇ ਹੋਏ। ਲਓ ਜੀ, ਅਸੀਂ ਅੱਜ ਤੱਕ ਸੁਣਦੇ ਆਏ ਹਾਂ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਮੈਂ ਕਿਹਾ ਤੁਸੀਂ ਵਜ਼ੀਰ ਖਾਨ ਨੂੰ ਜ਼ਰੀਆ ਬਣਾ ਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ। ਬੜੀ ਵੱਡੀ ਇਹ ਗੇਮ ਹੈ ਤਾਂ ਕਿ ਆਪਸ ਦੇ ਵਿੱਚ ਤੁਹਾਨੂੰ ਲੜਾ ਕੇ ਮਰਵਾ ਦਿੱਤਾ ਜਾਵੇ। ਪਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਅਸੀਂ ਉਹ ਕਾਰਜ ਨਹੀਂ ਕਰਨਾ। ਅਸੀਂ ਆਪਣੇ ਇਤਿਹਾਸ ਨੂੰ ਆਪਣੀ ਅੱਖ ਦੇ ਨਾਲ ਵੇਖਣ ਦਾ ਯਤਨ ਕਰਨਾ। ਜ਼ਰੂਰੀ ਥੋੜਾ ਵੀ ਜੋ ਸਾਰੇ ਲਿਖਦੇ ਨੇ ਉਵੇਂ ਤੁਸੀਂ ਪੜ੍ਹੀ ਜਾਂਦੇ ਹੋ। ਤੁਹਾਨੂੰ ਵੀ ਰੱਬ ਨੇ ਬੁੱਧ ਦਿੱਤੀ ਹੈ ਨਾ, ਤੁਸੀਂ ਆਪਣੀ ਬੁੱਧ ਦੇ ਮੁਤਾਬਕ ਵੇਖੋ ਵੀ ਇਤਿਹਾਸ ਅਸਲ ਦੇ ਵਿੱਚ ਹੈ ਕੀ। ਆਕੂ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਕਚਹਿਰੀ ਦੇ ਵਿੱਚ ਗਏ ਆ ਨਾ, ਤੇ ਉਦੋਂ ਸੁੱਚਾਨੰਦ ਕੀ ਕਹਿ ਰਿਹਾ? ਬੜਾ ਸਾਜ਼ਿਸ਼ੀ ਕਿਸਮ ਦਾ ਇਨਸਾਨ ਸੀ। ਕਚਹਿਰੀ ਦੇ ਵਿੱਚੋਂ ਆਵਾਜ਼ ਦੇ ਕੇ ਕਹਿੰਦਾ ਨਵਾਬ ਸਾਹਿਬ, ਜੇ ਤੰਦੂਰ ਕਿੱਕਰ ਦੀ ਲੱਕੜ ਦੇ ਨਾਲ ਬਲ ਜਾਵੇ ਤੇ ਚੰਦਨ ਨਹੀਂ ਬਾਲੀ ਦਾ ਹੁੰਦਾ। ਚੰਦਨ ਸਮਝਦੇ ਹੋ? ਚੰਦਨ ਦੀ ਲੱਕੜ ਬੜੀ ਕੀਮਤੀ ਹੁੰਦੀ ਹੈ। ਬੋਲੋ, ਚੰਦਨ ਦੀ ਲੱਕੜ ਬੜੀ ਕੀਮਤੀ ਹੁੰਦੀ ਹੈ ਤੇ ਕਿੱਕਰ ਦੀ ਲੱਕੜ ਬੜੀ ਸਸਤੀ ਜੀ ਹੁੰਦੀ ਹੈ। ਕਹਿੰਦਾ ਨਵਾਬ ਸਾਹਿਬ, ਜੇ ਤੰਦੂਰ ਕਿੱਕਰ ਦੀ ਲੱਕੜ ਨਾਲ ਬਲ ਪਵੇ ਤੇ ਕਹਿੰਦਾ ਚੰਦਨ ਦੀ ਬਾਲੀ ਦਾ ਹੁੰਦਾ। ਜੇ ਗੰਢ ਹੱਥ ਨਾਲ ਖੁੱਲ ਜਾਵੇ ਤੇ ਦੰਦ ਨਹੀਂ ਲਾਈ ਦਾ ਹੁੰਦਾ। ਜੇ ਦੁਸ਼ਮਣ ਗੁੜ ਦਿੱਤੀਆਂ ਮਰ ਜਾਵੇ ਤੇ ਕਹਿੰਦਾ ਜ਼ਹਿਰ ਨਹੀਂ ਦੇਈਦਾ ਹੁੰਦਾ। ਆਕੂ ਸਤਨਾਮ ਸ੍ਰੀ
ਸਾਜ਼ਿਸ਼ ਦੇਖੋ ਨਾ ਕਿਸ ਤਰੀਕੇ ਨਾਲ ਉਦਾਹਰਨਾਂ ਦੇ ਰਿਹਾ। ਉਹ ਕਹਿੰਦੇ ਜੀ ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਏਡੇ ਛੋਟੇ ਬੱਚਿਆਂ ਵਾਸਤੇ ਐਡੀ ਵੱਡੀ ਕਚਹਿਰੀ ਨਹੀਂ ਲਾਈ ਦੀ ਹੁੰਦੀ। 7 ਤੇ 9 ਸਾਲ ਦੇ ਬੱਚੇ ਨੇ ਨਾ, ਇਹਨਾਂ ਵਾਸਤੇ ਖਿਡੌਣੇ ਤੇ ਮਠਿਆਈਆਂ ਦਾ ਪ੍ਰਬੰਧ ਕਰ ਦਿਓ। ਜਿਵੇਂ ਤੁਸੀਂ ਕਹੋਗੇ ਬੱਚਿਆਂ ਕੋਲੋਂ ਅਗਲੀ ਕਾਰਵਾਈ ਮੈਂ ਪਵਾ ਲਵਾਂਗਾ। ਅੱਗੋਂ ਸਤਨਾਮ ਸ੍ਰੀ ਵਾਹਿਗੁਰੂ। ਤੇ ਪਹਿਲੇ ਦਿਨ ਤੇ ਲਾਲਚ, ਜਦੋਂ ਦੇਖਿਆ ਵੀ ਬੱਚੇ ਲਾਲਚ ਵਿੱਚ ਨਹੀਂ ਆਉਂਦੇ, ਤੇ ਅਗਲੇ ਦਿਨ ਦੀ ਜਿਹੜੀ ਕਾਰਵਾਈ ਹੈ ਉਹ ਤੁਹਾਨੂੰ ਥੋੜਾ ਜਿਹਾ ਲਿਆਉਣਾ ਚਾਹੁੰਦਾ ਵੀ ਅਸੀਂ ਸਰਹੰਦ ਫਤਿਹ ਕਿਉਂ ਕੀਤੀ। ਗਜ਼ਬ ਕੀ ਹੋ ਜਾਂਦਾ ਵੀ ਅਗਲੇ ਦਿਨ ਦੀ ਜਿਹੜੀ ਕਾਰਵਾਈ ਹੈ ਬੜੀ ਘਾਤਕ ਹੈ, ਬੜੀ ਖਤਰਨਾਕ ਹੈ। ਇਹਦੇ ਵਿੱਚ ਬਾਪੂ ਦੁੰਨਾ ਸਿੰਘ ਲਿਖਦੇ ਨੇ, ਕਹਿੰਦੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਨਾ ਉੱਥੇ ਇੱਕ ਵੱਡਾ ਸਾਰਾ ਪਿੱਪਲ ਦਾ ਰੁੱਖ ਸੀ, ਵੱਡਾ ਸਾਰਾ ਪੀਪਲ, ਤੇ ਕਹਿੰਦੇ ਸਾਹਿਬਜ਼ਾਦਿਆਂ ਦੀਆਂ ਬਾਹਾਂ ਇੰਜ ਕਰਕੇ ਮਗਰ ਬੰਨ ਦਿੱਤੀਆਂ ਗਈਆਂ, ਇੰਜ ਕਰਕੇ ਨਾ ਮਗਰ ਬੰਨ ਦਿੱਤੀਆਂ ਗਈਆਂ। 7 ਤੇ 9 ਸਾਲ ਦੇ, ਦੇਖੋ 7 ਤੇ 9 ਸਾਲ ਦੇ। ਔਰ ਇੱਕ ਹੋਰ ਮੈਂ ਗੱਲ ਕਹਿ ਦਿਆਂ, ਇਸਲਾਮ ਦੇ ਮੁਤਾਬਕ, ਕੋਈ ਵੀ ਮੁਸਲਮਾਨ ਮੇਰੀ ਵਿਚਾਰ ਨੂੰ ਸੁਣੇਗਾ ਨਾ ਉਹਨੂੰ ਚੰਗੀ ਲੱਗੇਗੀ, ਇਸਲਾਮ ਦੇ ਮੁਤਾਬਕ 12 ਸਾਲ ਤੋਂ ਘੱਟ ਬੱਚੇ ਦੇ ਉੱਪਰ ਇਸਲਾਮੀ ਸ਼ਰਅ ਲਾਗੂ ਨਹੀਂ ਹੁੰਦੀ। 12 ਸਾਲ ਤੋਂ ਘੱਟ ਬੱਚੇ ਦੇ ਉੱਪਰ ਇਸਲਾਮੀ ਸ਼ਰਅ ਲਾਗੂ ਨਹੀਂ ਹੁੰਦੀ। ਤੇ ਸਾਹਿਬਜ਼ਾਦੇ ਦੋਨੇ 12 ਸਾਲ ਤੋਂ ਘੱਟ ਨੇ, ਕਿਉਂਕਿ 7 ਤੇ 9 ਸਾਲ ਦੀ ਏਜ ਹੈ। ਇਹਦਾ ਅਰਥ ਹੈ ਵੀ ਇਹ ਕਾਰਵਾਈ ਇੱਕ ਮੁਸਲਮਾਨ ਦੀ ਕਾਰਵਾਈ ਹੈ, ਇਹ ਇਸਲਾਮ ਦੀ ਕਾਰਵਾਈ ਨਹੀਂ ਹੈ। ਅੱਗੋਂ ਸਤਨਾਮ ਸ੍ਰੀ, ਇਹ ਗੱਲ ਤੁਹਾਨੂੰ ਸਮਝਣੀ ਪੈਣੀ ਹੈ। ਇੱਕ ਕੱਟੜ ਮੁਸਲਮਾਨ ਦੀ ਕਾਰਵਾਈ ਹੋ ਸਕਦੀ ਹੈ, ਪਰ ਇਸਲਾਮ ਦੀ ਕਾਰਵਾਈ ਨਹੀਂ ਹੋ ਸਕਦੀ, ਕਿਉਂਕਿ ਜੇ ਇਸਲਾਮ ਦੀ ਕਾਰਵਾਈ ਹੁੰਦੀ ਤੇ ਫਿਰ 12 ਸਾਲ ਤੋਂ ਘੱਟ ਬੱਚੇ ਦੇ ਉੱਪਰ ਸ਼ਰਅ ਲਾਗੂ ਨਹੀਂ ਹੁੰਦੀ। ਇਸ ਕਰਕੇ ਇਹਨੂੰ ਪੂਰੇ ਇਸਲਾਮ ਨਾਲ ਜੋੜ ਕੇ ਨਾ ਵੇਖੋ, ਸਾਰੇ ਮੁਸਲਮਾਨਾਂ ਨੂੰ ਆਪਣੇ ਵਿਰੋਧੀ ਨਾ ਬਣਾਓ। ਹਾਂ ਅੱਗੇ ਚਲੋ ਜੀ। ਹੁਣ ਉਹ ਜਿਹੜੇ ਸਾਹਿਬਜ਼ਾਦਿਆਂ ਦੇ ਹੱਥ ਮਗਰ ਬੰਨੇ ਗਏ, ਤੇ ਉਹ ਵਿਦਵਾਨ ਸੱਜਣ ਲਿਖਦਾ ਹੈ, ਕਹਿੰਦਾ ਹੱਥ ਮਗਰ ਬੰਨ ਕੇ, ਹੁਣ ਇੱਥੇ ਬਾਪੂ ਦੁੰਨਾ ਸਿੰਘ ਦਾ ਜ਼ਿਗਰਾ ਵੇਖੋ ਵੀ ਅੱਖਾਂ ਨਾਲ ਜਦੋਂ ਵੇਖ ਰਿਹਾ ਹੋਵੇਗਾ ਤੇ ਹੱਥਾਂ ਨਾਲ ਲਿਖ ਰਿਹਾ ਹੋਵੇਗਾ, ਤੇ ਅੱਖਾਂ ਨਾਲ ਤੱਕਦੇ ਪਏ ਨੇ, ਹੱਥਾਂ ਨਾਲ ਲਿਖਦੇ ਨੇ, ਕਿੱਡਾ ਵੱਡਾ ਜ਼ਿਗਰਾ ਹੋਵੇਗਾ ਉਹਨਾਂ ਦਾ। ਕਹਿੰਦੇ ਹੱਥ ਮਗਰ ਇੰਜ ਕਰਕੇ ਬੰਨ ਕੇ, ਤੇ ਕੁਝ ਸ਼ਰਾਰਤੀ ਲੋਕਾਂ ਨੂੰ ਕਿਹਾ ਗਿਆ, ਕਹਿੰਦੇ ਇਹਨਾਂ ਦੇ ਅੱਖਾਂ ਦੇ ਵਿੱਚ ਗਲੇਲ ਮਾਰੋ। ਗੁਲੇਲ ਸਮਝਦੇ ਹੋ ਨਾ? ਗੁਲੇਲ ਦੇ ਵਿੱਚ ਆਪਾਂ ਪਾ ਕੇ ਕੁਛ ਰੋੜਾ, ਵੱਟਾ, ਪੱਥਰ, ਕੰਕਰ, ਐਨੀ ਕੁਛ ਵੀ, ਤੇ ਜ਼ੋਰ ਕੇ ਜਦੋਂ ਮਾਰਦੇ ਆ, ਤੇ ਚੇਤੇ ਰੱਖਿਆ ਜੇ ਇਹ ਹਥਿਆਰ ਦਾ ਕੰਮ ਕਰਦੀ ਹੈ। ਗੁਲੇਲ ਇੱਕ ਹਥਿਆਰ ਦਾ ਕੰਮ ਕਰਦੀ ਹੈ। ਕਹਿੰਦੇ ਸਾਹਿਬਜ਼ਾਦਿਆਂ ਦੇ ਮੁਖ ਦੇ ਉੱਪਰ ਉਹ ਗੁਲੇਲਾਂ ਮਾਰੀਆਂ ਗਈਆਂ। ਜਦੋਂ ਗੁਲੇਲਾਂ ਮਾਰੀਆਂ ਨਾ ਜ਼ੋਰ ਜ਼ੋਰ ਕੇ, ਤੇ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਕੋਮਲ ਜੇ ਮੁਖ ਤੋਂ ਖੂਨ ਕੱਪੜਿਆਂ ਨੂੰ ਰੰਗਦਾ ਹੋਇਆ, ਕਿਉਂਕਿ ਜਦੋਂ ਮੁਖ ਤੇ ਤੁਹਾਡੇ ਖੂਨ ਨਿਕਲੇਗਾ ਤੇ ਤੁਹਾਡੇ ਕੱਪੜਿਆਂ ਤੇ ਪਏਗਾ, ਕੱਪੜਿਆਂ ਨੂੰ ਰੰਗਦਾ ਹੋਇਆ, ਕਹਿੰਦੇ ਖੂਨ ਧਰਤੀ ਦੀ ਹਿੱਕ ਠਾਰਨ ਦੇ ਲਈ ਧਰਤੀ ਤੇ ਆ ਕੇ ਡੁੱਲ ਪਿਆ। ਚੇਤਾ ਰੱਖਿਆ ਜੇ, ਕੱਪੜਿਆਂ ਨੂੰ ਰੰਗਦਾ ਹੋਇਆ, ਧਰਤੀ ਦੀ ਹਿੱਕ ਠਾਰਨ ਦੇ ਲਈ ਜਦੋਂ ਧਰਤੀ ਦੇ ਉੱਪਰ ਖੂਨ ਡੁੱਲਿਆ, ਤੇ ਕਹਿੰਦੇ ਫਿਰ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਇੱਕ ਪੱਥਰ ਆ ਕੇ ਵੱਜਾ, ਤੇ ਅੱਖ ਬੜੀ ਨਾਜ਼ੁਕ ਹੁੰਦੀ ਹੈ, ਬੜੀ ਕੋਮਲ ਹੁੰਦੀ ਹੈ, ਤੁਹਾਨੂੰ ਵੀ ਪਤਾ ਹੈ। ਤੇ ਕਹਿੰਦੇ ਉਸ ਵੇਲੇ ਹਕੂਮਤਾਂ ਨੇ ਨਾ ਇੱਕਦਮ ਇਹ ਸਾਰੀ ਕਾਰਵਾਈ ਰੋਕ ਦਿੱਤੀ, ਤੇ ਕਾਰਵਾਈ ਰੋਕ ਕੇ ਦੋਵਾਂ ਦੇ ਹੱਥ ਖੋਲ ਦਿੱਤੇ। ਤੇ ਹੱਥ ਖੋਲ ਕੇ ਪਤਾ ਕੀ ਕਹਿੰਦੇ ਨੇ? ਕਹਿੰਦੇ ਫਤਿਹ ਸਿੰਘ ਜੀ ਤੁਸੀਂ ਬੜੇ ਉੱਚੀ ਉੱਚੀ ਜੈਕਾਰੇ ਗਜਾਉਂਦੇ ਸੀ, ਬੜੇ ਉੱਚੀ ਉੱਚੀ ਜੈਕਾਰੇ ਗਜਾਉਂਦੇ ਸੀ। ਦੇਖੋ ਹਕੂਮਤਾਂ ਆਪਣੇ ਢੰਗ ਦੇ ਨਾਲ ਤੁਹਾਨੂੰ ਬੜਾ ਪਰੇਸ਼ਾਨ ਕਰਦੀਆਂ ਨੇ, ਇਹ ਉਹਨਾਂ ਦਾ ਆਪਣਾ ਤਰੀਕਾ ਹੁੰਦਾ। ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਤੇ ਹਮਲਾ ਕਰਵਾ ਕੇ ਹੋਵੇ, ਕਈ ਵਾਰੀ ਤੁਹਾਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ। ਅੱਜ ਜਦੋਂ ਤੋਂ ਮੈਂ ਸਰਕਾਰਾਂ ਦੇ ਵਿਰੁੱਧ ਬੋਲਿਆ ਨਾ, ਇੱਕ ਛੋਟੀ ਜਿਹੀ ਚੀਜ਼ ਦੱਸਦੇ ਹਾਂ, ਕਿਉਂਕਿ ਮੇਰਾ ਨਿੱਜੀ ਤਜਰਬਾ ਹੋ ਗਿਆ ਨਾ। ਪਿਛਲੀ ਅਗਸਤ ਨੂੰ ਮੇਰੇ ਤੇ ਚੱਲੀਆਂ ਸੀ 7 ਗੋਲੀਆਂ, YouTube ਤੇ ਵੀਡੀਓ ਪਈ ਹੋਈ ਹੈ, ਮੇਰੇ ਤੇ ਚੱਲੀਆਂ 7 ਗੋਲੀਆਂ। ਮੈਂ ਇਰਾਦਾ ਕਤਲ ਲਵਾਈ ਕਿ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ। ਬੰਦੇ ਕੈਨੇਡਾ ਭੇਜ ਦਿੱਤੇ ਗਏ, ਤੇ ਇਨਕੁਆਰੀ ਮੇਰੀ ਚੱਲਦੀ ਪਈ ਹੈ। ਮੈਨੂੰ ਪੇਸ਼ ਹੋਣਾ ਪੈਂਦਾ 2-3 ਮਹੀਨਿਆਂ ਮਗਰ, ਜਦੋਂ ਸੱਦਦੇ ਆ ਨਾ ਤੇ ਪੇਸ਼ ਮੈਨੂੰ ਹੋਣਾ ਪੈਂਦਾ। ਇੱਥੋਂ ਮੈਂ ਅੰਦਾਜ਼ਾ ਲਾ ਸਕਦਾ ਮੈਂ ਵੀ ਜਦੋਂ ਤੁਸੀਂ ਹਕੂਮਤਾਂ ਦੇ ਵਿਰੁੱਧ ਬੋਲਦੇ ਹੋ ਨਾ, ਕੁਛ ਨਾ ਕੁਛ ਖਮਿਆਜ਼ਾ ਤੇ ਤੁਹਾਨੂੰ ਭੁਗਤਣਾ ਪੈਂਦਾ। ਇਹ ਹੋ ਗਿਆ ਫਿਜ਼ੀਕਲੀ ਟੌਰਚਰ। ਤੇ ਮੈਂਟਲੀ ਕਿਵੇਂ ਕਰਦੇ ਨੇ ਉਹ ਵੀ YouTube ਤੇ ਵੀਡੀਓ ਪਈ ਹੋਈ ਹੈ। ਮੈਂ ਕੁਛ ਵੀ ਆਪਣੇ ਕੋਲ ਨਹੀਂ ਰੱਖਦਾ ਹੁੰਦਾ। ਮੈਂ ਕਹਿੰਦਾ ਹੁੰਦਾ ਵੀ ਸ਼ੀਸ਼ੇ ਵਾਂਗੂ ਸਾਰੀਆਂ ਚੀਜ਼ਾਂ ਜਨਤਾ ਦੇ ਅੱਗੇ ਰੱਖ ਦਿੱਤੀਆਂ ਜਾਣ, ਤਾਂ ਕਿ ਪਤਾ ਲੱਗ ਜਾਵੇ ਵੀ ਭਾਈ ਕਾਰਨ ਕੀ ਬਣਿਆ। ਮੈਂ ਬਕਾਇਦਾ ਦੱਸ ਕੇ ਪ੍ਰਸ਼ਾਸਨ ਨੂੰ ਗਿਆ ਵੀ ਮੈਂ 3 ਮਹੀਨੇ ਲਈ ਫੌਰਨ ਜਾ ਰਿਹਾ ਮੈਂ, ਤੇ ਮੈਂ 3 ਮਹੀਨੇ ਵਾਪਸ ਨਹੀਂ ਆਵਾਂਗਾ। ਜਦੋਂ ਮੈਂ ਉੱਥੇ ਗਿਆ ਤੇ ਮੇਰੇ ਘਰ ਦਾ ਆਮ ਕਰਕੇ ਬਿਜਲੀ ਦਾ ਬਿੱਲ ਪਤਾ ਕਿੰਨਾ ਆਉਂਦਾ? 3000, 4000, 5000। ਇਹਨਾਂ ਕੰਮ ਘਰਾਂ ਦੇ ਵਿੱਚ, ਨਾਰਮਲ ਘਰ ਦੇ ਵਿੱਚ 4-5 ਹਜ਼ਾਰ ਤੱਕ ਆਉਂਦਾ ਨਾ। ਮੈਨੂੰ ਨਹੀਂ ਪਤਾ ਤੁਹਾਡੇ ਇੱਥੇ ਯੂਨਿਟ ਕੀ ਹੈ, ਪਰ ਮੈਂ ਪੰਜਾਬ ਦੀ ਗੱਲ ਕਰਦਾ ਮੈਂ। ਹੁਣ ਮੇਰੇ ਸਾਰੇ ਜਿਹੜੇ ਪਿਛਲੇ ਰਿਕਾਰਡ ਨੇ, ਬਿੱਲ 5, 7, 10 ਹਜ਼ਾਰ ਤੱਕ। ਮੈਨੂੰ ਰਾਤੀ ਵਾਈਫ ਦੀ ਕਾਲ ਆਈ, ਕਿੱਥੇ ਹੋ? ਮੈਂ ਕਿਹਾ ਮੈਂ ਪ੍ਰੋਗਰਾਮ ਤੋਂ ਆਇਆ ਵਾਂ, ਤੇ ਕਿਉਂਕਿ ਇੰਡੀਆ ਦੇ ਵਿੱਚ ਉਸ ਵਕਤ ਰਾਤ ਪੈ ਚੁੱਕੀ ਸੀ। ਕਹਿੰਦੇ ਬਿਜਲੀ ਕੱਟਣ ਦੇ ਲਈ ਘਰ ਆਏ ਨੇ ਬੰਦੇ। ਮੈਂ ਕਿਹਾ ਮੈਂ ਬਿਜਲੀ ਦਾ ਬਿੱਲ ਪੇ ਕਰਕੇ ਗਿਆ ਵਾਂ, ਕਿਉਂਕਿ ਮੈਨੂੰ ਪਤਾ ਸੀ ਮੈਂ ਫੌਰਨ ਜਾਣਾ। ਮੈਂ ਬਿਜਲੀ ਦਾ ਬਿੱਲ ਪੇ ਕਰਕੇ ਗਿਆ ਵਾਂ, ਸਾਰਾ ਕੁਝ ਕਲੀਅਰ ਕਰਕੇ ਗਿਆ ਵਾਂ। ਫੇਰ ਇਸ ਤਰ੍ਹਾਂ ਕਿਉਂ?
ਕਹਿੰਦੇ ਕਿ ਕੱਲੇ ਇਹ ਨਹੀਂ ਕਿ ਬਿਜਲੀ ਦਾ ਬਿੱਲ ਲੈਣ ਦੇ ਲਈ ਆਏ ਨੇ, ਬਿਜਲੀ ਦਾ ਬਿੱਲ ਹੈ 78 ਲੱਖ ਕੁਝ ਹਜ਼ਾਰ। ਮੈਂ YouTube ਤੇ ਸਾਰਾ ਬਿੱਲ ਵੀ ਪਾਤਾ, ਵੀਡੀਓ ਵੀ ਪਾਤੀ। ਮੈਂ ਕਿਹਾ ਮੈਂ ਆਪਣੇ ਕੋਲ ਕਿਉਂ ਇਹ ਚੀਜ਼ਾਂ ਰੱਖਾਂ, ਜਨਤਾ ਨੂੰ ਦੱਸਾਂ ਨਾ, ਪਤਾ ਲੱਗ ਜਾਵੇ ਲੋਕਾਂ ਨੂੰ ਵੀ ਕਿਸ ਤਰੀਕੇ ਨਾਲ। ਦੇਖੋ ਬੋਲਣਾ ਤੁਸੀਂ ਸੁਣ ਲੈਂਦੇ ਹੋ ਨਾ, ਮੈਂ ਹਕੂਮਤ ਦੇ ਵਿਰੁੱਧ ਬੋਲ ਦੇਣਾ ਮੈਂ ਜਾਂ ਹੋਰ ਐਗਜ਼ਾਮਪਲ ਦੇ ਦੇਣਾ ਮੈਂ, ਤੁਸੀਂ ਸੁਣ ਲਿਆ ਹੱਦ ਤੁਸੀਂ ਜਕਾਰਾ ਗਜਾ ਦਿੰਦੇ ਹੋ ਬਸ। ਪਰ ਜੋ ਮੈਨੂੰ ਭੁਗਤਣੀਆਂ ਪੈਂਦੀਆਂ ਨੇ ਉਹ ਤੇ ਮੈਨੂੰ ਪਤਾ ਹੈ ਨਾ ਵੀ ਕਿਸ ਤਰੀਕੇ ਦੇ ਨਾਲ ਖਮਿਆਜ਼ਾ ਜਿਹੜਾ ਭੁਗਤਣਾ ਪੈਂਦਾ ਹੈ। ਦੇਖੋ ਤਰੀਕੇ ਇਹਨਾਂ ਦੇ ਬੜੇ ਗਜ਼ਬ ਦੇ ਹੁੰਦੇ ਆ। ਤੇ ਅੱਗੋਂ ਗੱਲ ਕੀ ਕਹਿ ਰਹੇ ਨੇ, ਕਹਿੰਦੇ ਤੁਸੀਂ ਬਿੱਲ ਪੇ ਕਰ ਦਿਓ ਨਹੀਂ ਤੇ ਤੁਹਾਡੀ ਬਿਜਲੀ ਕੱਟ ਦਿਆਂਗੇ। ਤੇ ਉਦੋਂ ਪੰਜਾਬ ਵਿੱਚ ਗਰਮੀ ਬੜੀ ਸੀ ਜਦੋਂ ਮੈਂ ਪ੍ਰਦੇਸ਼ ਹਾਂ। ਕਹਿੰਦੇ ਤੁਹਾਡੇ ਬੱਚੇ ਛੋਟੇ ਨੇ ਇਸ ਕਰਕੇ ਰਾਤ ਤੁਹਾਨੂੰ ਛੱਡ ਦਿੰਨੇ ਆ, ਤੇ ਜੇ ਰਾਤ ਵਿੱਚ ਤੁਸੀਂ ਪੈਸਿਆਂ ਦਾ ਪ੍ਰਬੰਧ ਕਰਕੇ ਸਵੇਰੇ 10 ਵਜੇ ਤੱਕ ਬਿੱਲ ਪੇ ਨਹੀਂ ਕਰੋਗੇ ਤੁਹਾਡੀ ਬਿਜਲੀ ਕੱਟ ਦਿੱਤੀ ਜਾਵੇਗੀ। ਤੇ ਮੈਂ ਨਾਲ ਦਿਆਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਜਿਹੜੇ ਮੇਰੇ ਸਮਰਥਕ ਨੇ, ਮੇਰੇ ਪਿਆਰ ਵਾਲੇ ਨੇ, ਮੈਂ ਕਿਹਾ ਜੀ ਮੈਂ ਪ੍ਰਦੇਸ਼ ਹਾਂ ਤੇ ਜੇ ਹੁਣੇ ਮੈਂ ਰਿਟਰਨ ਕਰਦਾ ਨਹੀਂ ਆ ਤੇ ਮੈਨੂੰ ਕਰੀਬ 2 ਦਿਨ ਤੇ ਲੱਗ ਹੀ ਜਾਣਗੇ ਨਾ। ਟਿਕਟ ਲੈ ਕੇ ਜਦੋਂ ਵਾਪਸ ਐਮਰਜੈਂਸੀ ਦੇ ਵਿੱਚ ਵੀ ਆਵਾਂਗਾ ਤੇ ਮੇਰੇ ਘਰ ਦੀ ਬਿਜਲੀ ਕੱਟਣ ਆਏ ਨੇ ਤੇ 78 ਲੱਖ ਕਹਿੰਦੇ ਬਿੱਲ ਭਰ ਦਿਓ। ਉਹ ਕਹਿੰਦੇ ਜੀ 78 ਲੱਖ। ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਵੀ ਜੇ ਇੰਜ ਕੋ ਚੱਲਦਾ ਤੇ ਉਹਦੇ ਨਾਲ ਇੰਜ ਹੀ ਚੱਲਣਾ ਚਾਹੀਦਾ। ਮੈਂ ਫਿਰ ਇੱਕ ਗੱਲ ਕਹੀ, ਮੈਂ ਕਿਹਾ ਜੀ ਮੈਂ 78 ਲੱਖ ਬਿੱਲ ਭਰਨ ਨੂੰ ਤਿਆਰ ਹਾਂ, ਪਰ ਮੈਨੂੰ ਮੇਰੀ ਇੰਡਸਟਰੀ ਦਿਖਾਈ ਜਾਵੇ, ਮੈਨੂੰ ਮੇਰੀਆਂ ਚੱਲਦੀਆਂ ਹੋਈਆਂ ਮਿਲਾਂ ਦਿਖਾਈਆਂ ਜਾਣ ਤਾਂ ਕਿ ਮੈਨੂੰ ਪਤਾ ਲੱਗੇ ਮੇਰੀ ਇੰਨਾ ਵੱਡਾ ਸਿਸਟਮ ਹੈ ਜਿਹੜੇ ਮਿਲਾਂ ਚੱਲਦੀਆਂ ਨੇ। 78 ਲੱਖ ਬਿੱਲ ਆਇਆ। ਮੈਂ ਕਿਹਾ ਹੁਣ ਮੈਂ ਵੀ ਆਪਣੀ ਅੜੀ ਦੇ ਉੱਪਰ ਆ, ਮੈਂ ਬਿੱਲ 78 ਲੱਖ ਹੀ ਭਰਾਂਗਾ, ਪਰ ਸ਼ਰਤ ਇਹ ਹੈ ਮੇਰੀ ਇੰਡਸਟਰੀ ਤੇ ਮੇਰੀਆਂ ਵੱਡੀਆਂ ਮਿਲਾਂ ਜਿਹੜੀਆਂ ਨੇ ਨਾ ਉਹ ਦਿਖਾਈਆਂ ਜਾਣ ਤਾਂ ਕਿ ਮੈਨੂੰ ਪਤਾ ਲੱਗੇ ਮੈਂ ਇੰਨਾ ਅਮੀਰ ਬੰਦਾ ਵਾਂ, ਮੇਰੀ ਇੰਨੀ ਇੰਡਸਟਰੀ ਚੱਲਦੀ ਹੈ ਵੀ 78 ਲੱਖ ਮੇਰਾ ਬਿੱਲ ਆਉਂਦਾ। ਨਾਲ ਦਿਆਂ ਨੇ ਜਾ ਕੇ ਉੱਥੇ ਬਿਜਲੀ ਮਹਿਕਮੇ ਵਿੱਚ ਗੱਲ ਕੀਤੀ। ਉਹ ਕਹਿੰਦੇ ਜੀ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ, ਬਿੱਲ ਆਇਆ ਜੀ 18,000, ਧਿਆਨ ਦਿਆ ਜੇ। ਤੇ ਮੈਂ ਉੱਥੋਂ ਟਿਕਟ ਵਾਪਸ ਨਹੀਂ ਕਰਵਾਈ ਜਾਣਾ ਮੈਂ ਇੱਕ ਆਪਣੀ ਵੀਕ ਛੱਡ ਦਿੱਤੀ ਉੱਥੇ। ਇੱਕ ਵੀਕ ਹੁਣ ਤੁਹਾਡੇ ਕੋਲ ਮੰਨ ਲਓ ਰਾਏਪੁਰ ਆਉਣਾ ਹੋਵੇ, ਐਟ ਏ ਟਾਈਮ ਮੈਂ ਕਹਿ ਦਿਆਂ ਵੀ ਮੈਂ ਨਹੀਂ ਆ ਰਿਹਾ ਤੇ ਤੁਹਾਨੂੰ ਕੁਛ ਨਾ ਕੁਛ ਤੇ ਮਹਿਸੂਸ ਹੋਵੇਗਾ ਨਾ ਵੀ ਭਾਈ ਪਹਿਲਾਂ ਬੁਕਿੰਗ ਕੀਤੀ ਹੈ ਉਸ ਤੋਂ ਬਾਅਦ ਇੱਕਦਮ, ਤੇ ਜਿਨ੍ਹਾਂ ਦੀ ਵੀਕ ਛੱਡੀ ਹੋਵੇਗੀ ਮਹਿਸੂਸ ਉਹਨਾਂ ਨੂੰ ਕਿੰਨਾ ਹੋਇਆ ਹੋਵੇਗਾ। ਹੁਣ ਮੈਂ ਵਾਪਸੀ ਆ ਰਿਹਾ, ਮੈਂ ਇਹ ਕਹਿੰਦੇ ਜੀ ਬਿੱਲ 18,000। ਤੇ ਮੈਂ ਇੱਕ ਨਾਲ ਦੇ ਵੀਰ ਨੂੰ ਕਿਹਾ, ਮੈਂ ਕਿਹਾ ਮੇਰਾ 18,000 ਵੀ ਬਿੱਲ ਨਹੀਂ ਆਉਂਦਾ, ਮੇਰਾ ਬਿੱਲ ਤੇ ਆਉਂਦਾ 4,000 5,000। ਉਹ ਕਹਿੰਦਾ ਭਾਜੀ 78 ਲੱਖ ਤੋਂ 18 ਆਇਆ, ਦਵਾ ਦਵ ਭਰ ਦਿਓ। ਕਹਿੰਦਾ 78 ਲੱਖ ਤੋਂ 18 ਤੇ ਆ ਗਿਆ, ਦਵਾ ਦਵ ਭਰ ਦਿਓ। ਹੋ ਸਕਦਾ ਇਹਨਾਂ ਦਾ ਸਿਸਟਮ ਦੂਜੀ ਵਾਰੀ ਪਤਾ ਨਹੀਂ ਕਿੰਨਾ ਕੁ ਚੱਕ ਲਵੇ। ਉਦੋਂ ਮੈਂ ਮਹਿਸੂਸ ਕਰਦਾ ਹੁੰਦਾ ਵੀ ਇਹਨਾਂ ਦਾ ਟੌਰਚਰ ਕਰਨ ਦੇ ਤਰੀਕੇ ਆਪਣੇ ਹੁੰਦੇ ਨੇ। ਉਹ ਫਿਜ਼ੀਕਲੀ ਵੀ ਟੌਰਚਰ ਕੀਤਾ ਜਾਂਦਾ ਤੇ ਮੈਂਟਲੀ ਵੀ ਟੌਰਚਰ ਕੀਤਾ ਜਾਂਦਾ। ਪਰ ਮੈਂ ਕਹਿੰਦਾ ਵੀ ਜਦੋਂ ਫਿਰ ਤੁਸੀਂ ਇਸ ਤਰ੍ਹਾਂ ਦੇ ਬੋਲਦੇ ਹੋ ਨਾ, ਫਿਰ ਤੁਹਾਨੂੰ ਪ੍ਰਵਾਹ ਕਰਕੇ ਨਹੀਂ ਚੱਲਣਾ ਚਾਹੀਦਾ। ਇਹ ਚੀਜ਼ ਮਹਿਸੂਸ ਕਰਿਆ ਜੇ, ਫਿਰ ਤੁਹਾਨੂੰ ਇਹ ਮਹਿਸੂਸ ਕਰਕੇ ਚੱਲਣਾ ਪੈਣਾ ਹੈ ਵੀ ਭਾਈ ਜੇ ਅਸੀਂ ਇਸ ਤਰੀਕੇ ਦੇ ਬੋਲ ਰੱਖਣੇ ਨੇ, ਝੁੱਕ ਕੇ ਨਹੀਂ ਚੱਲਣਾ, ਤੇ ਫਿਰ ਜੇ ਦੀਵਾ ਬਾਲਣਾ ਕਹਿ ਤੇ ਖਵਾਵਾਂ ਜਿਹੜੀਆਂ ਨੇ ਉਹ ਤੇ ਦੀਵੇ ਨੂੰ ਬੁਝਾਉਣ ਦੇ ਲਈ ਆਉਣਗੀਆਂ ਨਾ। ਹੁਣ ਦੇਖੋ ਵੀ ਸਾਹਿਬਜ਼ਾਦੇ ਕਾਹਦੇ ਤੇ ਖੜੇ, ਸੱਚ ਤੇ ਆਧਾਰਿਤ। ਕਿ ਸਾਹਿਬਜ਼ਾਦਿਆਂ ਤੇ ਤਸ਼ੱਦਦ ਤੇ ਜ਼ੁਲਮ ਕਿਸ ਗੱਲ ਦਾ ਹੋ ਰਿਹਾ? ਇਸ ਗੱਲ ਦਾ ਹੋ ਰਿਹਾ ਕਿ ਇਹਨਾਂ ਦਾ ਬਾਪ ਮਨੁੱਖੀ ਹੱਕਾਂ ਦੀ ਲੜਾਈ ਲੜਦਾ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਇਸ ਤਰੀਕੇ ਕਦੀ ਹੋ ਸਕਦਾ ਹੈ ਵੀ ਦੁਸ਼ਮਣੀ ਬਾਪ ਨਾਲ ਹੋਵੇ ਤੇ ਕੱਢੀ ਜਾਵੇ ਉਹਦੇ ਬੱਚਿਆਂ ਦੇ ਨਾਲ? ਚਲੋ ਤੁਸੀਂ ਕਹੋਗੇ ਬਹੁਤ ਪੁਰਾਣਾ ਹੋ ਗਿਆ, ਤੇ 84 ਵੇਲੇ ਕਾਰਵਾਈ ਪਾਉਣ ਵਾਲੇ ਕਿੰਨੇ ਸੀ ਤੇ ਸਾਰੀ ਕੌਮ ਦੇ ਨਾਲ ਕੀ ਹੋਇਆ ਇਹ ਤੇ ਤੁਹਾਨੂੰ ਪਤਾ ਹੀ ਹੈ ਨਾ, ਹੈ ਨਾ। ਹੁਣ ਅੱਗੇ ਆਪਾਂ ਚਲੇ ਜਾਈਏ, ਉਦਾਹਰਨ ਮੈਂ ਦੇ ਦਿੱਤੀ ਬੜੀ ਨੇੜੇ ਦੀ, 84 ਤੇ ਤੁਸੀਂ ਦੇਖਿਆ ਨਾ। ਹੁਣ ਜੇ ਆਪਾਂ ਦੇਖੀਏ ਕਾਰਵਾਈ ਪਾਉਣ ਵਾਲੇ ਕਿੰਨੇ ਸੀ, ਪਰ ਇਸ ਤੋਂ ਅੱਗੇ ਸਜ਼ਾ ਕਿੰਨਿਆਂ ਨੂੰ ਭੁਗਤਣੀ ਪਈ, ਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇੱਥੇ ਕਾਨੂੰਨ ਵਿਵਸਥਾ ਜਾਂ ਸਿਸਟਮ ਜਿਹੜਾ ਕਿਸ ਤਰੀਕੇ ਨਾਲ ਕੰਮ ਕਰਦਾ ਪਿਆ। ਹੁਣ ਅੱਗੇ ਚੱਲਿਆ ਜੇ, ਤੇ ਸਾਹਿਬਜ਼ਾਦਿਆਂ ਦੇ ਜਦੋਂ ਹੱਥ ਖੋਲੇ ਗਏ ਨਾ, ਤੇ ਹੱਥ ਖੋਲ ਕੇ ਕਹਿੰਦੇ ਫਤਿਹ ਸਿਆਂ ਤੂੰ ਬੜੇ ਜਕਾਰੇ ਲਾਉਣਾ ਸੀ। ਉਦੋਂ ਤੱਕ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਇੱਕ ਪੱਥਰ ਵੱਜਾ ਤੇ ਅੱਖ ਦੇ ਵਿੱਚੋਂ ਖੂਨ ਨਿਕਲਦਾ ਪਿਆ। ਹੋ ਸਕਦਾ ਵੀ ਅੱਖ ਚਲੀ ਵੀ ਗਈ ਹੋਵੇ। ਫਤਿਹ ਸਿੰਘ ਤੂੰ ਬੜੇ ਜਕਾਰੇ ਲਾਉਣਾ ਸੀ, ਅਸੀਂ ਤੈਨੂੰ ਪੁੱਛਣਾ ਚਾਹੁੰਦੇ ਹਾਂ ਹੁਣ ਤੇਰਾ ਕੀ ਖਿਆਲ ਹੈ? ਤੇ ਬਾਬਾ ਫਤਿਹ ਸਿੰਘ ਅੱਖ ਤੇ ਹੱਥ ਰੱਖ ਕੇ ਪਤਾ ਕੀ ਕਹਿੰਦੇ ਨੇ, ਆਪਣੀ ਅੱਖ ਤੇ ਹੱਥ ਰੱਖ ਕੇ ਕਹਿੰਦੇ ਤੁਹਾਡੀ ਲੱਤ ਹੇਠੋਂ ਲੰਘਣ ਦਾ ਅਜੇ ਵੀ ਮੇਰਾ ਕੋਈ ਖਿਆਲ ਨਹੀਂ। ਇੱਥੋਂ ਅੰਦਾਜ਼ਾ ਲਾਇਆ ਜੇ ਇਹ ਸਿਦਕ ਦੀ ਸਿਖਰ ਹੈ ਵੀ ਇੰਨਾ ਜ਼ੁਲਮ ਹੋਵੇ ਤੇ ਤਾਂ ਵੀ ਤੁਸੀਂ ਆਪਣੀ ਗੱਲ ਦੇ ਉੱਪਰ ਅਟਲ ਤੇ ਅਡੋਲ ਖੜੇ ਹੋਵੋ, ਤੇ ਹਾਂ ਦਾ ਨਾਰਾ ਮਾਰਨ ਵਾਲਾ ਸਿਰਫ ਇੱਕ ਹੋਵੇ, ਬਾਕੀ ਸਭ ਤਮਾਸ਼ਾ ਵੇਖਣ ਵਾਲੇ ਹੋਣ, ਤੇ ਤੁਸੀਂ ਤਾਂ ਵੀ ਅਡੋਲ ਖੜੇ ਹੋਵੋ। ਚੇਤੇ ਰੱਖਿਆ ਜੇ ਜਦੋਂ ਇੰਨਾ ਕੁਝ ਹੋ ਜਾਂਦਾ ਹੈ ਨਾ, ਫਿਰ ਅਸੀਂ ਸਰਹੰਦ ਫਤਿਹ ਕਰਦੇ ਹਾਂ। ਆਖੋ ਸਤਨਾਮ ਸ੍ਰੀ। ਸਹਿਮਤ ਹੋ ਨਾ ਇਸ ਗੱਲ ਦੇ ਨਾਲ? ਮੈਂ ਸਿਰਫ ਇਹ ਉਦਾਹਰਨ ਦੇ ਰਿਹਾ ਮੈਂ ਤਾਂ ਕਿ ਤੁਹਾਨੂੰ ਦੱਸਣ ਦੇ ਲਈ ਵੀ ਜਿਹੜੇ ਕਹਿ ਦਿੰਦੇ ਸਿੱਖ ਇੰਜ ਹੈ, ਤੇ ਕਈ ਤੇ ਸਿੱਖ ਨੂੰ ਆਤੰਕਵਾਦੀ ਵੀ ਕਹਿ ਦਿੰਦੇ ਨੇ, ਹੈ ਨਾ।
ਕਈ ਪਤਾ ਕੀ ਕਹਿ ਦਿੰਦੇ ਨੇ, ਸਿੱਖ ਆਤੰਕਵਾਦੀ। ਮੈਂ ਕਹੋ ਤੇ ਤੁਸੀਂ ਕਹਿ ਦਿਓਗੇ, ਮੁਸਲਮਾਨ ਨੂੰ ਵੀ ਕਹਿ ਦਿਓਗੇ, ਆਖੋ ਸਤਨਾਮ ਸ੍ਰੀ। ਮੁਸਲਮਾਨ ਨੂੰ ਵੀ ਕਹਿ ਦਿਓਗੇ, ਸਿੱਖ ਨੂੰ ਵੀ ਕਹਿ ਦਿਓਗੇ, ਬੋਧੀ ਨੂੰ ਵੀ ਕਹਿ ਦਿਓਗੇ, ਜੈਨੀ ਨੂੰ ਵੀ ਕਹਿ ਦਿਓਗੇ, ਐਨੀ ਕਿਸੇ ਨੂੰ ਵੀ ਕਹਿ ਦਿਓਗੇ। ਪਰ ਮੈਂ ਕਿਹਾ ਵੀ ਇੱਕ ਚੀਜ਼ ਦਾ ਚੇਤਾ ਰੱਖ ਲਿਆ ਜੇ, ਹਕੀਕਤ ਕੀ ਹੈ ਮੈਂ ਹਿਸਟਰੀ ਦੇ ਵਿੱਚੋਂ ਬਿਆਨ ਦਿੱਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਹੁਣ ਗੁਰੂ ਨਾਨਕ ਦਾ ਨਿੱਜੀ ਨੁਕਸਾਨ ਬਾਬਰ ਨੇ ਨਹੀਂ ਕੀਤਾ, ਇਹ ਗੱਲ ਮੰਨ ਕੇ ਚੱਲਿਆ ਜੇ, ਨਿੱਜੀ ਨੁਕਸਾਨ ਬਾਬਰ ਨੇ ਗੁਰੂ ਨਾਨਕ ਦਾ ਨਹੀਂ ਕੀਤਾ, ਪਰ ਦੁਨੀਆ ਦਾ ਨੁਕਸਾਨ ਕੀਤਾ ਤੇ ਗੁਰੂ ਨਾਨਕ ਨੂੰ ਦਰਦ ਆਇਆ ਤੇ ਗੁਰੂ ਨਾਨਕ ਕਹਿੰਦੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਇਹਦਾ ਅਰਥ ਹੈ ਵੀ ਅਸੀਂ ਮਨੁੱਖੀ ਹੱਕਾਂ ਦੀ ਲੜਾਈ ਲੜੀਏ। ਬੋਲੋ, ਮਨੁੱਖੀ ਹੱਕਾਂ ਦੀ ਲੜਾਈ ਲੜੀਏ। ਬੋਲੋ ਨਾ ਹੁਣ ਭੈਣੋ, ਸੱਚ ਹੈ ਨਾ। ਇਸ ਤੋਂ ਅੱਗੇ ਚਲੋ, ਪਹਿਲੇ ਦੂਜੇ ਤੀਜੇ ਚੌਥੇ ਪਾਤਸ਼ਾਹ ਜੀ ਵੇਲੇ ਜੰਗ ਨਹੀਂ ਹੋਈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤੇ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਛੇਵੇਂ ਪਾਤਸ਼ਾਹ ਜੀ ਵੇਲੇ ਅਸੀਂ ਉਸੇ ਹਕੂਮਤ ਦੇ ਵਿਰੁੱਧ ਜੰਗਾਂ ਲੜੀਆਂ। ਇਹਦਾ ਅਰਥ ਹੈ ਵੀ ਸਬਰ ਵੀ ਸਾਡਾ ਸਿਰੇ ਦਾ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਪਾਉਂਦੇ ਹਾਂ। ਤੀਜੇ ਨੰਬਰ ਦੇ ਉੱਪਰ ਆ ਜਾਓ, ਸੱਤਵੇਂ ਤੇ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਵੇਲੇ ਜੰਗ ਨਹੀਂ ਹੋਈ, ਪਰ ਜਦੋਂ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਚਾਂਦਨੀ ਚੌਂਕ ਦੇ ਵਿੱਚ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਦੋਂ ਅਸੀਂ ਅਗਲੇ ਪਾਸੇ ਜੰਗਾਂ ਲੜਦੇ ਹਾਂ। ਬੋਲੋ ਭਾਈ, ਸੱਚ ਹੈ ਕਿ ਨਹੀਂ ਸੱਚ? ਇਸ ਤੋਂ ਪਹਿਲਾਂ ਦੱਸੋ ਜੇ ਹੋਈ ਹੈ ਤਾਂ ਮੈਂ ਤੁਹਾਨੂੰ ਪੁੱਛ ਲੈਣਾ ਵਾ, ਤੇ ਜੇ ਕਿਸੇ ਨੂੰ ਕੋਈ ਡਾਊਟ ਹੈ ਤੇ ਮੇਰੀ ਵਿਚਾਰ ਸੁਣ ਕੇ ਮੇਰੇ ਨਾਲ ਡਿਬੇਟ ਕਰ ਲਵੇ, ਮੈਂ ਫਿਰ ਵੀ ਜਵਾਬ ਦੇਣ ਨੂੰ ਤਿਆਰ ਹਾਂ।